हेलो डियर स्टूडेंट्स, हाउ आर यू। ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਆਪਣਾ ਸੈਕੰਡ ਟੌਪਿਕ ਬੇਸਿਕ ਅਕਾਊਂਟਿੰਗ ਟਰਮਸ। ਇਸ ਚੈਪਟਰ ਦੇ ਵਿੱਚ ਆਪਾਂ ਉਹ ਸਾਰੀਆਂ ਮਹੱਤਵਪੂਰਨ ਟਰਮਸ ਡਿਸਕਸ ਕਰਾਂਗੇ ਜਿਹੜੀਆਂ ਤੁਹਾਡੇ ਸਾਰੀ ਉਮਰ ਕੰਮ ਆਉਣਗੀਆਂ। ਜਿੰਨਾ ਚਿਰ ਤੁਸੀਂ ਕਾਮਰਸ ਪੜ੍ਹੋਗੇ, ਪੜ੍ਹਾਓਗੇ, ਇਹਦੀ ਵਰਤੋਂ ਕਰੋਗੇ, ਇਹ ਤੁਹਾਡੇ ਕੰਮ ਆਉਣਗੀਆਂ। ਤੇ ਯੈਸ, ਯਾਦ ਰੱਖਣਾ ਕਿ ਜਿੰਨਾ ਚਿਰ ਸਾਨੂੰ ਟਰਮਸ ਨਹੀਂ ਕਲੀਅਰ ਹੁੰਦੀਆਂ ਉਹਨਾਂ ਚਿਰ ਅਸੀਂ ਕਾਮਰਸ ਦੇ ਉੱਤੇ ਆਪਣੀ ਜਿਹੜੀ ਸਹੀ ਮੁਹਾਰਤ ਹੈ ਉਹ ਹਾਸਲ ਨਹੀਂ ਕਰ ਸਕਦੇ, ਅਕਾਊਂਟਿੰਗ ਉੱਤੇ ਆਪਣੀ ਸਹੀ ਮੁਹਾਰਤ ਹਾਸਲ ਨਹੀਂ ਕਰ ਸਕਦੇ। ਮੋਰਓਵਰ ਇਹਨਾਂ ਟਰਮਸ ਨੂੰ ਸਿੱਖਣ ਦਾ ਭਾਵ ਇਹ ਵੀ ਹੋਵੇਗਾ ਕਿ ਜਦੋਂ ਤੁਸੀਂ ਜ਼ਿੰਦਗੀ 'ਚ ਅੱਗੇ ਕਿਤੇ ਇੰਟਰਵਿਊ ਵਗੈਰਾ ਦੇਣ ਜਾਓਗੇ ਤਾਂ ਇਹਨਾਂ ਟਰਮਸ ਦੇ ਰਾਹੀਂ ਤੁਹਾਨੂੰ ਬੜਾ ਕੁਝ ਪੁੱਛਿਆ ਜਾਵੇਗਾ, ਇਹਨਾਂ ਉੱਪਰ ਬੜੇ ਸਵਾਲ ਪੁੱਛੇ ਜਾਣਗੇ। ਸੋ ਇਹਨਾਂ ਨੂੰ ਚੰਗੀ ਤਰ੍ਹਾਂ ਸਮਝਣਾ, ਯਾਦ ਕਰਨਾ, ਮਨ ਵਿੱਚ ਵਸਾਉਣਾ ਤਾਂ ਜੋ ਅਕਾਊਂਟਿੰਗ ਤੁਹਾਡੇ ਲਈ ਬਹੁਤ ਆਸਾਨ ਹੋ ਸਕੇ। ਸਾਡੀ ਸਭ ਤੋਂ ਪਹਿਲੀ ਜੋ ਟਰਮ ਹੈ ਉਹ ਹੈ ਬਿਜ਼ਨਸ ਟ੍ਰਾਂਜੈਕਸ਼ਨ, ਵਪਾਰਕ ਆਦਾਨ ਪ੍ਰਦਾਨ, ਵਪਾਰਕ ਲੈਣ ਦੇਣ। ਕੋਈ ਵੀ ਉਹ ਐਕਟੀਵਿਟੀ ਜਿਹਦੇ ਵਿੱਚ ਪੈਸਾ, ਵਸਤੂਆਂ ਜਾਂ ਸੇਵਾਵਾਂ ਦਾ ਦੋ ਧਿਰਾਂ ਦਰਮਿਆਨ, ਦੋ ਪਾਰਟੀਜ਼ ਦਰਮਿਆਨ ਆਦਾਨ ਪ੍ਰਦਾਨ ਹੁੰਦਾ, ਉਹਨੂੰ ਅਸੀਂ ਬਿਜ਼ਨਸ ਟ੍ਰਾਂਜੈਕਸ਼ਨ ਆਖਦੇ ਹਾਂ। ਸੋ ਵੇਅਰ ਗੁੱਡਸ, ਸਰਵਿਸਿਜ਼ ਔਰ ਮਨੀ ਇਜ਼ ਟ੍ਰਾਂਸਫਰਡ ਵੇਅਰ ਬਿਟਵੀਨ ਦਾ ਟੂ ਪਾਰਟੀਜ਼। ਭਾਵ ਕੀ ਹੈ, ਕੁਝ ਦਿੱਤਾ ਜਾਊਗਾ, ਕੁਝ ਲਿਆ ਜਾਊਗਾ। ਟ੍ਰਾਂਜੈਕਸ਼ਨ ਕਿਵੇਂ ਹੋਗੀ? ਤੁਸੀਂ ਵਸਤੂਆਂ ਵੇਚੀਆਂ, ਉਹਨਾਂ ਨੇ ਤੁਹਾਨੂੰ ਪੈਸੇ ਦੇਤੇ, ਬਿਜ਼ਨਸ ਟ੍ਰਾਂਜੈਕਸ਼ਨ ਹੋ ਗਈ। ਤੁਸੀਂ ਵਸਤੂਆਂ ਉਧਾਰ ਵੇਚੀਆਂ ਤੇ ਦੂਜੇ ਪਾਸੇ ਤੁਸੀਂ ਪੈਸੇ ਲੈਣ ਦੇ ਹੱਕਦਾਰ ਹੋ ਗਏ, ਬਿਜ਼ਨਸ ਟ੍ਰਾਂਜੈਕਸ਼ਨ ਹੋ ਗਈ। ਇਸੇ ਤਰ੍ਹਾਂ ਕੋਈ ਵੀ ਹੋਰ ਐਕਟੀਵਿਟੀ ਜਿਹ 'ਚ ਦੋ ਧਿਰਾਂ ਦਰਮਿਆਨ ਜਿਹੜਾ ਆਦਾਨ ਪ੍ਰਦਾਨ ਹੋਵੇਗਾ ਉਹ ਬਿਜ਼ਨਸ ਟ੍ਰਾਂਜੈਕਸ਼ਨ ਬਣੇਗੀ। ਔਰ ਯਾਦ ਇਹ ਰੱਖਣਾ ਕਿ ਜੇਕਰ ਉਸ ਬਿਜ਼ਨਸ ਟ੍ਰਾਂਜੈਕਸ਼ਨ ਦੇ ਵਿੱਚ ਮਨੀ ਜਾਂ ਮਨੀਜ਼ ਮੈਜ਼ਰਮੈਂਟ ਦੇ ਰੂਪ 'ਚ ਕੋਈ ਹੋਰ ਚੀਜ਼ ਨਹੀਂ ਹੈਗੀ ਤਾਂ ਉਹ ਬਿਜ਼ਨਸ ਦੀ ਟ੍ਰਾਂਜੈਕਸ਼ਨ ਮੰਨੀ ਨਹੀਂ ਜਾਵੇਗੀ, ਕਿਉਂਕਿ ਅਸੀਂ ਪੜ੍ਹਿਆ ਸੀ ਕਿ ਅਕਾਊਂਟਿੰਗ 'ਚ ਕਿਹੜੇ ਲੈਣ ਦੇਣ ਆਉਂਦੇ ਆ, ਜਿਨ੍ਹਾਂ ਦੀ ਨੇਚਰ ਫਾਈਨੈਂਸ਼ੀਅਲ ਹੁੰਦੀ ਆ, ਜਿਨ੍ਹਾਂ ਨੂੰ ਵਿੱਤੀ ਰੂਪ ਵਿੱਚ ਮਾਪਿਆ ਜਾ ਸਕਦਾ। ਟ੍ਰਾਂਜੈਕਸ਼ਨ ਬਿਜ਼ਨਸ ਦੋ ਕਿਸਮ ਦੀਆਂ ਹੋ ਸਕਦੀਆਂ ਨੇ, ਕੈਸ਼ ਜਾਂ ਕ੍ਰੈਡਿਟ। ਜੇ ਕੋਈ ਨਗਦ ਪੈਸਾ ਦੇ ਕੇ ਲੈਣ ਦੇਣ ਹੁੰਦੇ ਨੇ ਉਹ ਕੈਸ਼ ਟ੍ਰਾਂਜੈਕਸ਼ਨਸ ਹੋ ਗਈਆਂ, ਦੂਜੀਆਂ ਕ੍ਰੈਡਿਟ ਹੋ ਸਕਦੀਆਂ ਨੇ। ਜੇ ਕੋਈ ਉਧਾਰ ਖਰੀਦ ਵੇਚ ਹੁੰਦੀ ਆ, ਉਧਾਰ ਕੋਈ ਵੀ ਲੈਣ ਦੇਣ ਆਦਾਨ ਪ੍ਰਦਾਨ ਹੁੰਦਾ, ਉਹਨੂੰ ਅਸੀਂ ਕ੍ਰੈਡਿਟ ਟ੍ਰਾਂਜੈਕਸ਼ਨ ਕਹਿ ਦਿੰਦੇ ਹਾਂ। ਇਸੇ ਤਰ੍ਹਾਂ ਇਹ ਐਕਸਟਰਨਲ ਟ੍ਰਾਂਜੈਕਸ਼ਨਸ ਵੀ ਹੋ ਸਕਦੀਆਂ ਨੇ, ਇਹ ਇੰਟਰਨਲ ਟ੍ਰਾਂਜੈਕਸ਼ਨਸ ਵੀ ਹੋ ਸਕਦੀਆਂ ਨੇ। ਐਕਸਟਰਨਲ ਜਦੋਂ ਵਪਾਰ ਦੀਆਂ ਟ੍ਰਾਂਜੈਕਸ਼ਨਸ ਬਾਹਰਲੇ ਲੋਕਾਂ ਨਾਲ ਆ, ਉਹ ਕੀ ਆ? ਐਕਸਟਰਨਲ ਨੇ। ਕਿਵੇਂ? ਤੁਸੀਂ ਕਿਤੋਂ ਬਾਹਰੋਂ ਵਸਤੂਆਂ ਦੀ ਖਰੀਦ ਕੀਤੀ, ਤੁਸੀਂ ਲੋਕਾਂ ਨੂੰ ਬਾਹਰ ਵਸਤੂਆਂ ਵੇਚੀਆਂ, ਤਾਂ ਇਹ ਕੀ ਆ? ਬਾਹਰਲਾ ਹੈ। ਤੁਸੀਂ ਬੰਬੇ ਤੋਂ ਰਿਲਾਇੰਸ ਵਾਲਿਆਂ ਤੋਂ ਸਮਾਨ ਮੰਗਾ ਲਿਆ, ਐਕਸਟਰਨਲ ਟ੍ਰਾਂਜੈਕਸ਼ਨ ਆ। ਇੰਟਰਨਲ ਟ੍ਰਾਂਜੈਕਸ਼ਨ ਕਿਹੜੀ ਹੈ? ਜਿਹ 'ਚ ਡਜ਼ ਨਾਟ ਇਨਵੋਲਵਡ ਸੈਕਿੰਡ ਪਾਰਟੀ, ਜਿਵੇਂ ਕੋਈ 'ਚ ਦੂਜੀ ਧਿਰ ਨਹੀਂ ਇਨਵੋਲਵਡ, ਦੂਜੀ ਪਾਰਟੀ ਨਹੀਂ ਇਨਵੋਲਵਡ ਹੈਗੀ। ਕਿਵੇਂ? ਅਸੀਂ ਡੈਪਰੀਸੀਏਸ਼ਨ ਲਾਤੀ ਆਪਣੇ ਪਲਾਂਟ ਐਂਡ ਮਸ਼ੀਨਰੀ 'ਤੇ, ਟ੍ਰਾਂਜੈਕਸ਼ਨ ਹੋ ਗਈ ਕਿਉਂਕਿ ਸਾਡਾ ਖਰਚਾ ਪੈ ਗਿਆ, ਮਸ਼ੀਨਰੀ ਘਟ ਗਈ, ਪਰ ਇਹ ਹੈ ਕੀ ਆ? ਇੰਟਰਨਲ ਹੈਗੀ ਆ। ਅਸੀਂ ਕੋਈ ਪ੍ਰੋਵੀਜ਼ਨ ਕ੍ਰੀਏਟ ਕਰਤੀ ਕਿਸੇ ਕਿਸਮ ਦੀ, ਸਾਨੂੰ ਲੱਗਦਾ ਕਿ ਭਵਿੱਖ 'ਚ ਸਾਨੂੰ ਘਾਟਾ ਪੈਣ ਦੀ ਸੰਭਾਵਨਾ, ਅਸੀਂ ਘਾਟੇ ਦੀ ਵਿਵਸਥਾ ਕਰਤੀ, ਪ੍ਰੋਵੀਜ਼ਨ ਬਣਾ ਲਈ ਕਿ ਸਾਨੂੰ ਜੇ ਘਾਟਾ ਪੈ ਗਿਆ ਸਾਡੇ ਕੋਲ ਕੁਝ ਪੈਸਾ ਰਾਖਵਾਂ ਰੱਖਿਆ ਹੋਣਾ ਚਾਹੀਦਾ। ਅਸੀਂ ਟ੍ਰਾਂਜੈਕਸ਼ਨ ਕ੍ਰੀਏਟ ਕਰ ਲਈ, ਉਹ ਸਾਡੀ ਇੰਟਰਨਲ ਬਿਜ਼ਨਸ ਟ੍ਰਾਂਜੈਕਸ਼ਨ ਆ। ਭਾਵ ਜਿਹਦੇ ਵਿੱਚ ਕੋਈ ਦੋ ਪਾਰਟੀਜ਼ ਇਨਵੋਲਵ ਨਹੀਂ ਹੁੰਦੀਆਂ, ਰਾਦਰ ਦਾ ਟ੍ਰਾਂਜੈਕਸ਼ਨ ਜਿਹੜੀ ਆ ਬਿਜ਼ਨਸ ਦੇ ਵਿੱਚ ਹੀ ਕੀਤੀ ਜਾਂਦੀ ਹੈ। ਐਕਸਟਰਨਲ ਜਿੱਥੇ ਵੀ ਬਾਹਰ ਦੂਜੀ ਧਿਰ ਇਨਵੋਲਵਡ ਹੋਏਗੀ ਉਹ ਸਾਰੀ ਐਕਸਟਰਨਲ ਟ੍ਰਾਂਜੈਕਸ਼ਨ ਮੰਨੀ ਜਾਏਗੀ। ਅੱਗੇ ਆਉਂਦੀ ਆ ਕੈਪੀਟਲ। ਬੜੀ ਕਮਾਲ ਦੀ ਚੀਜ਼ ਆ ਪੂੰਜੀ। ਪੂੰਜੀ ਤੋਂ ਬਿਨਾਂ ਬਿਜ਼ਨਸ ਹੋ ਹੀ ਨਹੀਂ ਸਕਦਾ ਭਾਈ। ਕੈਪੀਟਲ ਤੋਂ ਬਿਨਾਂ ਵਪਾਰ ਦੀ ਕਲਪਨਾ ਨਹੀਂ ਹੋ ਸਕਦੀ। ਤਾਂ ਬੜੇ ਸੌਖੇ ਸ਼ਬਦਾਂ 'ਚ ਕਹਿਣਾ ਹੋਵੇ, ਐਨੀਥਿੰਗ ਇਨਵੈਸਟਡ by the proprietor in the business having money or money's worth, ਕਿ ਵਪਾਰ ਦੇ ਓਨਰ ਦੁਆਰਾ, ਮਾਲਕ ਦੁਆਰਾ ਜੋ ਵੀ ਵਪਾਰ ਵਿੱਚ ਲਾਇਆ ਜਾਂਦਾ, ਚਾਹੇ ਉਹ ਪੈਸੇ ਦੇ ਰੂਪ 'ਚ ਲਾਇਆ ਜਾਂਦਾ, ਚਾਹੇ ਉਹ ਕਿਸੇ ਚੀਜ਼ ਦੇ ਰੂਪ 'ਚ ਲਾਇਆ ਜਾਂਦਾ, ਉਹ ਬਿਲਡਿੰਗ ਲਿਆਉਂਦਾ, ਐਸੈਟਸ ਲਿਆਉਂਦਾ, ਤਾਂ ਜੋ ਵੀ ਮਾਲਕ ਦੁਆਰਾ ਵਪਾਰ ਵਿੱਚ ਲਾਇਆ ਜਾਂਦਾ ਉਸ ਨੂੰ ਅਸੀਂ ਆਖਦੇ ਹਾਂ ਕੈਪੀਟਲ। ਔਰ ਕੈਪੀਟਲ ਫਿਕਸਡ ਵੀ ਹੋ ਸਕਦੀ ਹੈ, ਵਰਕਿੰਗ ਵੀ ਹੋ ਸਕਦੀ ਹੈ। ਤਾਂ ਓਨਰ ਦੀ ਪੂੰਜੀ ਦਾ ਜਿਹੜਾ ਹਿੱਸਾ
ਫਿਕਸਡ ਐਸੈਟਸ ਨੂੰ ਐਕਵਾਇਰ ਕਰਨ ਲਈ, ਲੈਣ ਲਈ, ਖਰੀਦਣ ਲਈ ਬਲੌਕ ਕੀਤਾ ਜਾਂਦਾ, ਉਹਨੂੰ ਅਸੀਂ ਕਹਿ ਦਿੰਦੇ ਹਾਂ ਫਿਕਸਡ ਕੈਪੀਟਲ। ਤੇ ਜਿਹੜਾ ਭਾਈ ਡੇ ਟੂ ਡੇ ਅਫੇਅਰਸ ਲਈ, ਡੇ ਟੂ ਡੇ ਜਿਹੜੇ ਸਾਡੇ ਖਰਚੇ ਨੇ ਉਹਨਾਂ ਲਈ ਜਿਹੜਾ ਕੈਪੀਟਲ ਦਾ ਪੈਸਾ ਰੱਖਿਆ ਜਾਂਦਾ, ਉਹਨੂੰ ਅਸੀਂ ਆਖ ਦਿੰਦੇ ਹਾਂ ਵਰਕਿੰਗ ਕੈਪੀਟਲ। ਸੋ ਕੈਪੀਟਲ ਇੱਕ ਤਰੀਕੇ ਨਾਲ ਮਾਲਕ ਦੁਆਰਾ ਵਪਾਰ ਦੇ ਵਿੱਚ ਜੋ ਵੀ ਪੈਸਾ ਜਾਂ ਜੋ ਵੀ ਕਿਸੇ ਹੋਰ ਰੂਪ ਦੇ ਵਿੱਚ ਇਨਵੈਸਟਮੈਂਟ ਕੀਤੀ ਜਾਂਦੀ ਆ, ਉਹ ਪੂੰਜੀ ਬਣ ਜਾਂਦੀ ਆ। ਤੇ ਵਪਾਰ ਲਈ ਯਾਦ ਰੱਖਣੀ ਆ, ਭੁੱਲ ਨਾ ਜਾਇਓ ਕਿਤੇ, ਕੈਪੀਟਲ ਵਪਾਰ ਲਈ ਲਾਇਬਿਲਿਟੀ ਹੈ, ਦੇਣਦਾਰੀ ਹੈ, ਵਪਾਰ ਦੀ ਦੇਣਦਾਰੀ ਹੈ, ਕਿਉਂਕਿ ਵਪਾਰ ਨੇ ਅਲਟੀਮੇਟਲੀ ਪੂੰਜੀ ਕਿਹਨੂੰ ਲੁਟਾਉਣੀ ਆ, ਵਾਪਸ ਕਰਨੀ ਆ ਮਾਲਕ ਨੂੰ। ਮਾਲਕ ਅਤੇ ਵਪਾਰ ਮੈਂ ਅੱਗੇ ਤੁਹਾਨੂੰ ਸਮਝਾਉਂਗਾ ਡਿਟੇਲ 'ਚ। ਮਾਲਕ ਅਤੇ ਵਪਾਰ ਦੋ ਵੱਖ-ਵੱਖ ਹੋਂਦ ਨੇ, ਇੱਕ ਹੋਂਦ ਨਹੀਂ। ਮਾਲਕ ਪੈਸਾ ਲਾਉਂਦਾ, ਬਦਲੇ 'ਚ ਕੀ ਮੰਗਦਾ ਵਪਾਰ ਤੋਂ? ਲਾਭ। ਆਪਣੀ ਪੂੰਜੀ ਤੇ ਕੀ ਮੰਗਦਾ? ਲਾਭ ਮੰਗਦਾ। ਜਿਹੜੀ ਉਹਨੇ ਪੂੰਜੀ ਇਨਵੈਸਟ ਕੀਤੀ ਹੈ ਕਿ ਮੈਨੂੰ ਪ੍ਰੋਫਿਟ ਜਿਹੜਾ ਹੈ ਉਹ ਦਿੱਤਾ ਜਾਵੇ। ਅਗਲੀ ਟਰਮ ਹੈਗੀ ਹੈ ਡਰਾਇੰਗਸ, ਬੜੀ ਇੰਪੋਰਟੈਂਟ ਟਰਮ ਆ। ਡਰਾਇੰਗ ਕੀ ਆ? ਮਾਲਕ ਦੁਆਰਾ ਜਾਂ ਪਾਰਟਨਰਸ਼ਿਪ ਦੇ ਕੇਸ 'ਚ ਪਾਰਟਨਰ ਦੁਆਰਾ ਆਪਣੀ ਨਿੱਜੀ ਵਰਤੋਂ ਲਈ ਵਪਾਰ ਵਿੱਚੋਂ ਜੋ ਵੀ ਵਸਤਾਂ ਜਾਂ ਕੈਸ਼ ਲਿਆਂਦਾ ਜਾਂਦਾ, ਦੈਟ ਇਜ਼ ਨੋਨ ਐਜ਼ ਡਰਾਇੰਗਸ। ਐਨੀਥਿੰਗ withdrawn by the partner or the proprietor in cash or in other form, ਉਸ ਨੂੰ ਅਸੀਂ ਡਰਾਇੰਗ ਆਖਦੇ ਹਾਂ। ਮੈਂ ਤੁਹਾਨੂੰ ਪਹਿਲਾਂ ਗੱਲ ਕਰਕੇ ਹਟਿਆ ਨਾ ਵੱਖ-ਵੱਖ ਹੋਂਦਾ। ਜੇ ਵਪਾਰ ਚੋਂ ਕੋਈ ਚੀਜ਼ਾਂ ਘਰੇ ਵਰਤਣ ਲਈ ਲੈ ਕੇ ਆਊਗਾ ਤਾਂ ਉਸ ਦੀ ਵੀ ਵਪਾਰ 'ਚ ਐਂਟਰੀ ਹੋਊਗੀ, ਇੰਦਰਾਜ ਹੋਊਗਾ, ਅਕਾਊਂਟਿੰਗ 'ਚ ਲਿਖਿਆ ਜਾਊ। ਐਂ ਨਹੀਂ ਵੀ ਆਪਣੀ ਦੁਕਾਨ ਖੋਲ੍ਹ ਲਈ ਚੱਕ ਕੇ ਜਿਹੜੀ ਚੀਜ਼ ਮਰਜ਼ੀ ਘਰੇ ਲਿਆਈ ਚੱਲੋ, ਫਿਰ ਤਾਂ ਵਪਾਰ ਲੁੱਟ ਜੂ, ਫੇਲ ਹੋ ਜਾਊਗਾ। ਤੇ ਜੇ ਘਰ ਲਈ ਵੀ ਕੋਈ ਚੀਜ਼ ਲੈ ਕੇ ਆਉਣੀ ਆ, ਉਹਦਾ ਲੇਖਾ ਜੋਖਾ ਰੱਖਣਾ। ਤੇ ਜਿੰਨੀ ਤੁਸੀਂ ਡਰਾਇੰਗ ਕਰੋਗੇ ਉਹਨੇ ਨਾਲ ਤੁਹਾਡੀ ਕੈਪੀਟਲ ਘਟੀ ਜਾਊਗੀ, ਤੁਹਾਡੀ ਪੂੰਜੀ ਘਟ ਜੂ ਵਪਾਰ 'ਚੋਂ। ਜਿੰਨੀ ਡਰਾ ਕਰੀ ਜਾਓਗੇ, ਡਰਾਇੰਗਸ ਕਰੀ ਜਾਓਗੇ, ਤੁਹਾਡੀ ਪੂੰਜੀ ਜਿਹੜੀ ਆ ਘਟੀ ਜਾਂਦੀ ਆ। ਅਗਲੀ ਟਰਮ ਸਾਡੀ ਹੈਗੀ ਆ ਅਕਾਊਂਟ। ਅਕਾਊਂਟ ਕੀ ਆ? ਬੇਸਿਕਲੀ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਇੱਕ ਵਾਰੀ ਗੱਲ ਕੀਤੀ ਸੀ, ਕਲਾਸੀਫਿਕੇਸ਼ਨ ਜਦੋਂ ਅਸੀਂ ਕਰਦੇ ਹਾਂ ਤਾਂ ਅਕਾਊਂਟ ਇੱਕ ਤਰੀਕੇ 'ਚ ਰਿਕਾਰਡ ਹੈਗਾ ਕੈਸ਼ ਅਤੇ ਕ੍ਰੈਡਿਟ ਟ੍ਰਾਂਜੈਕਸ਼ਨਸ ਦਾ ਅੰਡਰ ਏ ਪਰਟੀਕੂਲਰ ਹੈਡ। ਇੱਕ ਇੱਕ ਸ਼ੀਰਸ਼ਕ ਬਣਾ ਕੇ ਅਸੀਂ ਉਹਦੀਆਂ ਡਿਟੇਲਸ ਕੱਢਦੇ ਹਾਂ। ਸੈਲਰੀ ਅਕਾਊਂਟ, ਡੈਪਰੀਸੀਏਸ਼ਨ ਅਕਾਊਂਟ, ਵੇਜਸ ਅਕਾਊਂਟ, ਸੇਲਸ ਅਕਾਊਂਟ, ਇਲੈਕਟ੍ਰਿਸਿਟੀ ਅਕਾਊਂਟ, ਰੈਂਟ ਅਕਾਊਂਟ, ਪਰਚੇਜ਼ ਅਕਾਊਂਟ, ਸੇਲ ਅਕਾਊਂਟ। ਭਾਵ ਕੀ ਆ? ਕੱਲੀ ਆਈਟਮ ਦੀ ਅਸੀਂ ਹੈਡਿੰਗ ਤਹਿਤ ਜਦੋਂ ਡਿਟੇਲ ਇੱਕ ਜਗ੍ਹਾ ਤੇ ਇਕੱਤਰ ਕਰ ਲੈਂਦੇ ਆ, ਅਸੀਂ ਕਹਿੰਦੇ ਆ ਇਹ ਅਕਾਊਂਟ ਬਣ ਗਿਆ। ਉਸ ਅਕਾਊਂਟ ਦੇ ਤਹਿਤ ਸਾਰੀਆਂ ਚੀਜ਼ਾਂ ਉਹ ਇਕੱਠੀਆਂ ਹੁੰਦੀਆਂ ਜਾਂਦੀਆਂ ਨੇ। ਬੇਸਿਕਲੀ ਕਲਾਸੀਫਿਕੇਸ਼ਨ ਲੈਜਰ ਦੇ ਅਕਾਊਂਟ ਬਣਾ ਕੇ ਹੀ ਕੀਤੀ ਜਾ ਸਕਦੀ ਹੈ। ਅੱਗੇ ਹੈ ਲਾਇਬਿਲਿਟੀ। ਕੋਈ ਵੀ ਡੈਟ ਜਾਂ ਓਬਲੀਗੇਸ਼ਨ ਜਿਹੜੀਆਂ ਬਿਜ਼ਨਸ ਐਂਟਰਪ੍ਰਾਈਜ਼ ਦੀਆਂ ਦੂਜਿਆਂ ਨੂੰ ਦੇਣ ਯੋਗ ਨੇ, ਜੋ ਵਪਾਰ ਨੇ ਦੂਸਰਿਆਂ ਨੂੰ ਦੇਣਾ ਹੈ, ਦੇਣ ਯੋਗ ਹੈ, ਉਸ ਨੂੰ ਅਸੀਂ ਲਾਇਬਿਲਿਟੀਜ਼ ਆਖਦੇ ਹਾਂ। ਤੁਸੀਂ ਉਧਾਰ ਵਸਤੂਆਂ ਖਰੀਦੀਆਂ, ਉਧਾਰ ਵਸਤੂਆਂ ਖਰੀਦੀਆਂ ਦਾ ਮਤਲਬ ਤੁਹਾਡੇ ਪੈਸੇ ਦੇਣ ਯੋਗ ਹੋਏ, ਤੁਹਾਡੀ ਲਾਇਬਿਲਿਟੀ ਬਣ ਗਈ। ਤੁਸੀਂ ਬੈਂਕ ਤੋਂ ਲੋਨ ਲੈ ਲਿਆ, ਤੁਹਾਡੀ ਲਾਇਬਿਲਿਟੀ ਬਣ ਗਈ। ਤੁਸੀਂ ਉਧਾਰ ਫਰਨੀਚਰ ਖਰੀਦ ਲਿਆਏ, ਤੁਹਾਡੀ ਲਾਇਬਿਲਿਟੀ ਬਣ ਗਈ। ਤੁਸੀਂ ਕਿਸੇ ਦੁਕਾਨਦਾਰ ਤੋਂ ਉਧਾਰ ਮਾਲ ਖਰੀਦ ਲਿਆਏ, ਤੁਹਾਡੀ ਲਾਇਬਿਲਿਟੀ ਬਣ ਗਈ। ਸੋ ਲਾਇਬਿਲਿਟੀ ਬੇਸਿਕਲੀ ਅਸੀਂ ਕਹਿੰਦੇ ਆ ਕਿ ਲਾਇਬਿਲਿਟੀ ਤੋਂ ਭਾਵ ਕਲੇਮਸ ਆਫ ਆਊਟਸਾਈਡਰਸ ਔਨ ਦਾ ਬਿਜ਼ਨਸ। ਵਪਾਰ ਦੇ ਉੱਤੇ ਜੋ ਬਾਹਰਲੇ ਲੋਕਾਂ ਦੇ ਕਲੇਮ ਨੇ ਉਹਨਾਂ ਨੂੰ ਲਾਇਬਿਲਿਟੀਜ਼ ਆਖਦੇ ਆ। ਯਾਦ ਰੱਖਣਾ, ਵਪਾਰ ਦੇ ਜਿਹੜੇ ਬਾਹਰਲੇ ਲੋਕ ਹੁੰਦੇ ਨੇ ਉਹ ਮਾਲਕ ਨਹੀਂ ਹੁੰਦੇ, ਉਹ ਕਰਜ਼ਾ ਦੇਣ ਵਾਲੇ ਹੋ ਸਕਦੇ ਨੇ, ਉਹ ਰਿਣ ਦੇਣ ਵਾਲੇ ਹੋ ਸਕਦੇ ਨੇ, ਉਧਾਰ ਵਸਤੂਆਂ ਦੇਣ ਵਾਲੇ ਹੋ ਸਕਦੇ ਨੇ। ਤਾਂ ਲਾਇਬਿਲਿਟੀਜ਼ ਵਪਾਰ ਲਈ ਫਿਰ ਕਿਹੜੀਆਂ ਹੋ ਗਈਆਂ ਕਿ ਜੋ ਕੁਝ ਵੀ ਤੁਸੀਂ ਬਾਹਰਲਿਆਂ ਦਾ ਦੇਣਾ ਹੈ, ਦੇਣ ਯੋਗ ਹੈ ਕਿਸੇ ਵੀ ਦਾ, ਉਹ ਤੁਹਾਡੀ ਲਾਇਬਿਲਿਟੀ ਆ। ਈਵਨ ਜੇ ਤੁਹਾਡੇ ਕਰਮਚਾਰੀਆਂ ਦੀ ਸੈਲਰੀ ਦੇਣ ਯੋਗ ਆ, ਤੁਸੀਂ ਦੁਕਾਨ ਤੇ ਕੋਈ ਮੁਲਾਜ਼ਮ ਰੱਖੇ ਨੇ, ਉਹਨਾਂ ਦੀ ਜਿਹੜੀ ਸੈਲਰੀ ਜੇ 5 ਮਹੀਨਿਆਂ ਦੀ ਰਹਿੰਦੀ ਆ ਤਾਂ ਉਹ ਵੀ ਤੁਹਾਡੀ ਲਾਇਬਿਲਿਟੀ ਬਣੇਗੀ। ਅਸੀਂ ਕਹਾਂਗੇ ਸੈਲਰੀ ਆਊਟਸਟੈਂਡਿੰਗ ਹੈ। ਜੇ ਕਿਸੇ ਦਾ ਕਿਰਾਇਆ ਦੇਣਾ ਰਹਿੰਦਾ, ਅਸੀਂ ਕਹਾਂਗੇ ਰੈਂਟ ਆਊਟਸਟੈਂਡਿੰਗ ਆ, ਉਹ ਵੀ ਤੁਹਾਡੀ ਕੀ ਬਣ ਜੇਗੀ? ਲਾਇਬਿਲਿਟੀ ਬਣ ਜੇਗੀ। ਲਾਇਬਿਲਿਟੀਜ਼ ਨੂੰ ਮੁੱਖ ਤੌਰ ਤੇ ਅਸੀਂ ਤਿੰਨ ਹਿੱਸਿਆਂ 'ਚ ਵੰਡਦੇ ਹਾਂ। ਇੱਕ ਤਾਂ ਹੁੰਦੀਆਂ ਨੇ ਫਿਕਸਡ ਲਾਇਬਿਲਿਟੀਜ਼, ਜਿਹਨੂੰ ਲੌਂਗ ਟਰਮ ਲਾਇਬਿਲਿਟੀ ਵੀ ਕਹਿ ਦਿੰਦੇ ਆ, ਨੌਨ ਕਰੰਟ ਲਾਇਬਿਲਿਟੀ ਵੀ ਕਹਿ ਦਿੰਦੇ ਆ।
ਇਹ ਉਹ ਦੇਣਦਾਰੀਆਂ ਹੁੰਦੀਆਂ ਨੇ ਜਿਹੜੀਆਂ ਨਾਰਮਲੀ 1 ਸਾਲ ਦੇ ਵਿੱਚ ਦੇਣ ਯੋਗ ਨਹੀਂ ਹੁੰਦੀਆਂ। ਮਤਲਬ 1 ਸਾਲ ਤੋਂ ਵੱਧ ਸਮੇਂ ਦਰਮਿਆਨ ਇਹਨਾਂ ਦੀ ਤੁਹਾਨੂੰ ਅਦਾਇਗੀ ਕਰਨ ਦੀ ਲੋੜ ਪੈਂਦੀ ਆ। ਤੁਸੀਂ ਕੋਈ ਡਿਬੈਂਚਰ ਲਏ ਨੇ, ਰਿਣ ਪੱਤਰ, ਅੱਗੇ ਸਮਝ ਆਓ ਕੀ ਹੁੰਦਾ। ਤੁਸੀਂ ਕੋਈ ਬੈਂਕ ਤੋਂ ਲੌਂਗ ਟਰਮ ਲੋਨ ਲੈ ਲਿਆ, ਕੋਈ ਤੁਸੀਂ ਬੌਂਡਸ ਲੈ ਲਏ ਜਿਹੜੇ ਖਰੀਦੇ ਨੇ। ਭਾਵ ਕੀ ਆ ਕਿ ਇਹਨਾਂ ਦੀ ਦੇਣਦਾਰੀ ਉਤਪੰਨ ਕਦੋਂ ਹੋਏਗੀ? ਇਹਨਾਂ ਦੀ ਦੇਣਦਾਰੀ ਉਤਪੰਨ ਸਿਰਫ ਤੇ ਸਿਰਫ 1 ਸਾਲ ਤੋਂ ਵੱਧ ਸਮੇਂ ਤੋਂ ਲਈ ਹੋਏਗੀ। 2 ਸਾਲਾਂ 'ਚ, 4 ਸਾਲਾਂ 'ਚ। ਅਸੀਂ ਕਈ ਵਾਰੀ ਦੇਖੋ ਲੋਨ ਲੈਂਦੇ ਹਾਂ, ਅਸੀਂ ਕੰਸਟਰਕਸ਼ਨ ਲੋਨ ਲੈ ਲਿਆ, ਅਸੀਂ ਉਹਨੂੰ ਪੇਮੈਂਟ 10 ਸਾਲਾਂ 'ਚ ਕਰ ਰਹੇ ਹਾਂ ਜਾਂ 15 ਸਾਲਾਂ ਦਾ ਲੋਨ ਲੈ ਲਿਆ। ਤਾਂ ਭਾਵ ਕੀ ਹੈ? ਇਹ ਲੌਂਗ ਟਰਮ ਲਾਇਬਿਲਿਟੀ ਆ। ਦੂਜੀਆਂ ਹੁੰਦੀਆਂ ਨੇ ਕਰੰਟ ਲਾਇਬਿਲਿਟੀਜ਼। ਇਹ ਉਹ ਓਬਲੀਗੇਸ਼ਨਸ ਨੇ ਜਿਹੜੀਆਂ ਵਿਦਿਨ ਈਅਰ ਦੇਣ ਯੋਗ ਹੁੰਦੀਆਂ ਨੇ, 1 ਸਾਲ ਦੇ ਵਿੱਚ ਦੇਣ ਯੋਗ ਹੁੰਦੀਆਂ ਨੇ ਨਾਰਮਲੀ। ਔਰ ਇਹ ਤੁਹਾਡੀਆਂ ਕਰੰਟ ਐਸੈਟਸ ਦੀਆਂ ਜਿਹੜੀਆਂ ਲੋੜਾਂ ਲਈ ਕੀਤੀਆਂ ਹੋਈਆਂ ਲਾਇਬਿਲਿਟੀਜ਼ ਹੁੰਦੀਆਂ ਨੇ। ਇਹਨਾਂ 'ਚ ਤੁਹਾਡੇ ਕੋਈ ਕ੍ਰੈਡੀਟਰਸ ਨੇ, ਕਿਸੇ ਤੋਂ ਸਮਾਨ ਉਧਾਰ ਖਰੀਦ ਲਿਆ, ਤੁਹਾਨੂੰ 15 ਦਿਨ ਲਈ ਦੇ ਦੂਗਾ ਉਧਾਰ, 20 ਦਿਨ ਲਈ ਦੇ ਦੂ, ਮਹੀਨੇ ਲਈ ਦੇ ਦੂ, ਪੈਸੇ ਦੇਣੇ ਪੈਣਗੇ। ਤੁਸੀਂ ਕੋਈ ਸ਼ਾਰਟ ਟਰਮ ਲੋਨ ਲੈ ਲਿਆ ਬੈਂਕ ਤੋਂ, ਕੋਈ ਬੈਂਕ ਤੋਂ ਓਵਰਡਰਾਫਟ ਕਰਾ ਲਿਆ, ਕੋਈ ਤੁਹਾਡੇ ਖਰਚੇ ਆਊਟਸਟੈਂਡਿੰਗ ਨੇ, ਰੈਂਟ ਦੇਣਾ ਰਹਿੰਦਾ, ਵੇਜਸ ਦੇਣੇ ਰਹਿੰਦੇ ਆ, ਸੈਲਰੀ ਦੇਣੀ ਰਹਿੰਦੀ ਆ, ਇੱਦਾਂ ਹੀ ਕੋਈ ਸ਼ਾਰਟ ਟਰਮ ਲੋਨ ਲੈ ਲਏ 6 ਮਹੀਨਿਆਂ ਦਾ। ਭਾਵ ਕੀ ਆ? ਉਹ ਲਾਇਬਿਲਿਟੀ ਜਿਹੜੀਆਂ ਥੋੜ੍ਹੇ ਸਮੇਂ 'ਚ ਦੇਣ ਯੋਗ ਹੁੰਦੀਆਂ ਨੇ, 1 ਸਾਲ ਤੋਂ ਘੱਟ ਦੇ 'ਚ, ਉਹਨਾਂ ਨੂੰ ਅਸੀਂ ਕਰੰਟ ਲਾਇਬਿਲਿਟੀਜ਼ ਕਹਿ ਦਿੰਦੇ ਹਾਂ। ਤੀਜੀਆਂ ਆਉਂਦੀਆਂ ਨੇ ਕੰਟੀਨਜੈਂਟ ਲਾਇਬਿਲਿਟੀਜ਼। ਕੰਟੀਨਜੈਂਟ ਲਾਇਬਿਲਿਟੀਜ਼ ਉਹ ਹੁੰਦੀਆਂ ਨੇ ਜਿਹੜੀਆਂ ਕਿਸੇ ਘਟਨਾ ਘਟਣ ਦੀ ਸੂਰਤ ਵਿੱਚ ਦੇਣ ਯੋਗ ਹੁੰਦੀਆਂ ਨੇ। ਨਾਰਮਲੀ ਉਹ ਦੇਣ ਯੋਗ ਨਹੀਂ, ਤੁਹਾਨੂੰ ਉਹਨਾਂ ਦੀ ਵਿਵਸਥਾ ਪਰ ਕਰਨੀ ਪੈਂਦੀ ਆ ਕਿ ਅਗਰ ਇਹ ਫਲਾਣੀ ਗੱਲ ਹੋ ਗਈ ਤਾਂ ਸਾਨੂੰ ਪੈਸੇ ਦੇਣੇ ਪੈਣਗੇ। ਕਿਵੇਂ? ਸਪੋਜ਼ ਤੁਹਾਡੇ ਖਿਲਾਫ ਕੋਈ ਕੋਰਟ 'ਚ ਕੇਸ ਚੱਲ ਰਿਹਾ, ਉਹ ਕਿਸੇ ਨੇ ਕੀਤਾ ਹੋਇਆ ਕਿ ਤੁਹਾਡੇ ਇੰਨੇ ਪੈਸੇ ਜਿਹੜੇ ਅਸੀਂ ਲੈਣੇ ਆ, ਤੁਸੀਂ ਕਹਿੰਦੇ ਹੋ ਨਹੀਂ ਲੈਣੇ। ਕੋਰਟ ਤੁਹਾਡੇ ਖਿਲਾਫ ਫੈਸਲਾ ਦੇ ਦਿੰਦੀ ਆ ਕਿ ਨਹੀਂ ਤੁਸੀਂ ਪੈਸੇ ਦੇਣੇ ਨੇ, ਤਾਂ ਫਿਰ ਉਸ ਸਥਿਤੀ 'ਚ ਕੀ ਹੋਗੀ? ਉਹ ਕੰਟੀਨਜੈਂਟ ਲਾਇਬਿਲਿਟੀ ਹੋਗੀ ਕਿ ਜਦੋਂ ਹੀ ਕੋਰਟ ਦਾ ਫੈਸਲਾ ਤੁਹਾਡੇ ਖਿਲਾਫ ਆਇਆ, ਤੁਹਾਡੇ ਉਹ ਪੈਸੇ ਦੇਣ ਯੋਗ ਹੋ ਗਏ। ਉਹਨਾਂ ਨੂੰ ਅਸੀਂ ਆਖ ਦਿੰਦੇ ਆ ਕੰਟੀਨਜੈਂਟ ਲਾਇਬਿਲਿਟੀਜ਼। ਸੋ 3 ਕਿਸਮ ਦੀਆਂ ਲਾਇਬਿਲਿਟੀਜ਼ ਨੇ, ਫਿਕਸਡ ਜਾਂ ਨਾਨ ਕਰੰਟ, ਦੂਜੀਆਂ ਕਰੰਟ ਲਾਇਬਿਲਿਟੀਜ਼, ਤੀਜੀਆਂ ਕੰਟੀਨਜੈਂਟ ਲਾਇਬਿਲਿਟੀਜ਼। ਜੋ ਕੁਝ ਵੀ ਵਪਾਰ ਨੇ ਦੂਸਰਿਆਂ ਦਾ ਦੇਣਾ ਹੈ, ਉਸ ਨੂੰ ਅਸੀਂ ਲਾਇਬਿਲਿਟੀਜ਼ ਆਖ ਦਿੰਨੇ ਹਾਂ। ਅੱਗੇ ਆ ਗਈਆਂ ਐਸੈਟਸ। ਐਸੈਟ ਕੀ ਆ? ਐਨੀ ਪ੍ਰੋਪਰਟੀ ਔਰ ਇਕਨੋਮਿਕ ਰਿਸੋਰਸ possessed by the business which is having some money value, ਜਿਹਦਾ ਮੁੱਲ ਹੈ, ਕੀਮਤ ਹੈ। ਕੋਈ ਵੀ ਪ੍ਰੋਪਰਟੀ, ਕੋਈ ਵੀ ਰਿਸੋਰਸ ਜਿਹੜਾ ਬਿਜ਼ਨਸ ਦੇ ਕੋਲੇ ਹੈਗਾ, ਉਹ ਉਹਦੀ ਐਸੈਟ ਹੈ, ਉਹ ਉਹਦੀ ਸੰਪਤੀ ਬਣ ਜਾਂਦਾ ਹੈ। ਤੋ ਜੋ ਵੀ ਵਪਾਰ ਦੇ ਕੋਲੇ ਕੋਈ ਆਰਥਿਕ ਵਸੀਲਾ ਹੈਗਾ, ਕੋਈ ਪ੍ਰੋਪਰਟੀ ਹੈਗੀ ਆ, ਕੋਈ ਜਾਇਦਾਦ ਹੈਗੀ ਆ, ਕੋਈ ਸਾਧਨ ਨੇ, ਉਹ ਸਾਰਾ ਕੁਝ ਬਿਜ਼ਨਸ ਦਾ ਕੀ ਬਣੇਗਾ? ਬਿਜ਼ਨਸ ਦੀ ਐਸੈਟ ਹੋਵੇਗਾ। ਅੱਗੇ ਐਸੈਟ ਦੀਆਂ ਕਿਸਮਾਂ ਨੇ। ਫਿਕਸਡ ਐਸੈਟ, ਇਹਨੂੰ ਅਸੀਂ ਕਹਿੰਦੇ ਹਾਂ ਸਥਾਈ ਸੰਪਤੀ। ਉਹ ਸੰਪਤੀ ਜਿਹੜੀ ਲੰਮੇ ਸਮੇਂ ਲਈ ਐਕਵਾਇਰ ਕੀਤੀ ਜਾਂਦੀ ਆ, ਭਾਵ ਜਿਸ ਤੋਂ ਅਸੀਂ ਲੰਮੇ ਸਮੇਂ ਲਈ ਫਾਇਦਾ ਉਠਾਉਂਦੇ ਹਾਂ, ਬਿਜ਼ਨਸ ਲੰਮਾ ਸਮਾਂ ਵਰਤਦਾ ਹੈ। ਤੁਹਾਡੀ ਐਸੈਟਸ ਦੇ ਵਿੱਚ ਇਹਨਾਂ 'ਚ ਆਉਣਗੀਆਂ ਤੁਹਾਡੀ ਲੈਂਡ, ਤੁਹਾਡੀ ਬਿਲਡਿੰਗ, ਤੁਹਾਡਾ ਪਲਾਂਟ, ਤੁਹਾਡੀ ਮਸ਼ੀਨਰੀ, ਤੁਹਾਡਾ ਫਰਨੀਚਰ। ਤੇ ਯਾਦ ਇਹ ਰੱਖਣਾ ਕਿ ਜਿਹੜੀ ਡੈਪਰੀਸੀਏਸ਼ਨ ਲੱਗਦੀ ਆ, ਉਹ ਸਿਰਫ ਫਿਕਸਡ ਐਸੈਟਸ ਉੱਪਰ ਹੀ ਲਗਾਈ ਜਾਂਦੀ ਆ। ਤੋ ਵਪਾਰ ਦੇ ਵਿੱਚ ਲੰਮੇ ਸਮੇਂ ਦੀ ਵਰਤੋਂ ਦੇ ਲਈ ਜਿਹੜੀਆਂ ਸੰਪਤੀਆਂ ਐਕਵਾਇਰ ਕੀਤੀਆਂ ਜਾਂਦੀਆਂ ਨੇ, ਉਹ ਸਾਰੀਆਂ ਫਿਕਸਡ ਐਸੈਟਸ ਹੁੰਦੀਆਂ ਨੇ। ਔਰ ਫਿਕਸਡ ਐਸੈਟਸ ਤੁਹਾਡੀ ਅਰਨਿੰਗ ਕੈਪੈਸਿਟੀ ਵਿੱਚ ਵਾਧਾ ਕਰਦੀਆਂ ਨੇ, ਅਰਨਿੰਗ ਲਈ ਨਹੀਂ ਹੁੰਦੀਆਂ। ਇਹ ਤੁਹਾਡਾ ਅਰਨਿੰਗ ਨਹੀਂ ਦਿੰਦੀਆਂ, ਕਿਉਂਕਿ ਇਹਨਾਂ ਨੂੰ ਤੁਸੀਂ ਵੇਚਦੇ ਨਹੀਂ, ਇਹਨਾਂ ਨੂੰ ਵੇਚਣ ਦਾ ਕੰਮ ਨਹੀਂ ਕਰਦੇ। ਇਹਨਾਂ ਦੇ ਜ਼ਰੀਏ ਤੁਸੀਂ ਆਪਣੀ ਅਰਨਿੰਗ ਕੈਪੈਸਿਟੀ, ਜਿਹੜੀ ਤੁਹਾਡੀ ਕਮਾਉਣ ਦੀ ਯੋਗਤਾ ਹੈ, ਉਹਦੇ ਵਿੱਚ ਵਾਧਾ ਕਰਦੇ ਹੋ। ਕੋਈ ਮਸ਼ੀਨਰੀ ਲਾ ਲਈ, ਕੋਈ ਨਵਾਂ ਫਰਨੀਚਰ ਲਿਆਂਦਾ, ਵਧੀਆ ਸ਼ੋਰੂਮ ਬਣਾ ਲਿਆ। ਇਹ ਸਾਰੀਆਂ ਕੀ ਨੇ? ਫਿਕਸਡ ਐਸੈਟਸ। ਅਗਲੀਆਂ ਆ ਜਾਂਦੀਆਂ ਨੇ ਕਰੰਟ ਐਸੈਟਸ। ਕਰੰਟ ਐਸੈਟਸ, ਇਹਨਾਂ ਨੂੰ ਫਲੋਟਿੰਗ ਵੀ ਕਹਿ ਦਿੰਦੇ ਆ, ਇਹਨਾਂ ਨੂੰ ਸਰਕੂਲੇਟਿੰਗ ਐਸੈਟਸ ਵੀ ਕਹਿ ਦਿੰਦੇ ਆ। ਇਹ ਉਹ ਐਸੈਟਸ ਨੇ ਜਿਨ੍ਹਾਂ ਨੂੰ ਖਰੀਦਣ ਦਾ ਮੰਤਵ ਇਹਨਾਂ ਨੂੰ ਮੁੜ ਵੇਚ ਕੇ ਲਾਭ ਕਮਾਉਣਾ ਹੈ। ਇਹਨਾਂ ਨੂੰ ਖਰੀਦ ਕੇ
ਕੈਸ਼ ਵਿੱਚ ਕਨਵਰਟ ਕਰਕੇ ਵੇਚ ਕੇ ਲਾਭ ਕਮਾਉਣਾ ਹੈ। ਭਾਵ ਇਹਨਾਂ ਨੂੰ ਆਮ ਬਿਜ਼ਨਸ ਦੇ ਸਮੇਂ ਵਿੱਚ ਅਸੀਂ ਕੈਸ਼ ਵਿੱਚ ਕਨਵਰਟ ਕਰਨਾ ਹੁੰਦਾ ਹੈ। ਤੁਹਾਡਾ ਸਟਾਕ ਗੁੱਡਸ ਜਿਹੜੀਆਂ ਲਿਆਉਂਦੇ ਹੋ ਉਹ ਕੀ ਹੈ, ਕਰੰਟ ਐਸਟ ਆ। ਕਿਉਂ ਖਰੀਦਦੇ ਹੋ? ਉਹਨਾਂ ਨੂੰ ਵੇਚਣਾ। ਯਾਦ ਰੱਖਿਓ, ਫਰਨੀਚਰ ਫਿਕਸਡ ਐਸਟ ਵੀ ਆ, ਫਰਨੀਚਰ ਕਰੰਟ ਵੀ ਬਣ ਜੂ। ਕਰੰਟ ਕਿਵੇਂ ਬਣ ਜੂ? ਜਿੱਥੇ ਫਰਨੀਚਰ ਦਾ ਸ਼ੋਰੂਮ ਆ, ਉਹ ਫਰਨੀਚਰ ਸ਼ੋਰੂਮ 'ਚ ਜਿਹੜਾ ਫਰਨੀਚਰ ਵੇਚਣ ਲਈ ਖਰੀਦਿਆ ਜਾਂਦਾ ਉਹ ਫਰਨੀਚਰ ਕਰੰਟ ਐਸਟ ਬਣ ਗਿਆ। ਜਿਹੜਾ ਫਰਨੀਚਰ ਵਪਾਰ ਦੇ ਵਿੱਚ ਸ਼ੋਰੂਮ ਦੇ ਵਿੱਚ ਲਾਇਆ ਗਿਆ ਤੁਹਾਡੀ ਵਰਤੋਂ ਲਈ, ਉਹ ਤੁਹਾਡਾ ਫਰਨੀਚਰ ਬਣ ਗਿਆ ਫਿਕਸਡ ਐਸਟਸ। ਸੋ ਕਰੰਟ ਐਸਟਸ ਉਹ ਐਸਟਸ ਨੇ ਜਿਹੜੀਆਂ ਅਸੀਂ ਰੱਖਦੇ ਹਾਂ ਨਾਰਮਲੀ ਵਿਦਿਨ ਅ ਸ਼ਾਰਟ ਸਪੈਨ ਦੇ ਵਿੱਚ, ਉਹਨਾਂ ਨੂੰ ਕੈਸ਼ ਵਿੱਚ ਕਨਵਰਟ ਕਰਨਾ ਹੁੰਦਾ। ਉਹਨਾਂ ਨੂੰ ਵੇਚ ਕੇ ਅਸੀਂ ਆਪਣੀ ਅਰਨਿੰਗਸ ਕਰਦੇ ਹਾਂ, ਆਪਣੀ ਕਮਾਈ ਕਰਦੇ ਹਾਂ। ਇਹ 'ਚ ਬੈਂਕ ਬੈਲੈਂਸ ਤੁਹਾਡੇ ਕੋਲੇ ਪਿਆ ਵੀ ਤੁਹਾਡੀ ਕਰੰਟ ਐਸਟ ਆ, ਕੈਸ਼ ਪਿਆ ਵੀ ਤੁਹਾਡੀ ਕਰੰਟ ਐਸਟ ਆ, ਤੁਹਾਡੇ ਡੈਟਰਸ ਨੇ ਜਿਨ੍ਹਾਂ ਲੋਕਾਂ ਨੂੰ ਤੁਸੀਂ ਉਧਾਰ ਸਮਾਨ ਵੇਚਿਆ ਉਹ ਵੀ ਤੁਹਾਡੀ ਕਰੰਟ ਐਸਟ ਆ। ਅੱਗੇ ਆ ਗਈ ਫਕਟੀਸ਼ੀਅਸ ਐਸਟ। ਫਕਟੀਸ਼ੀਅਸ ਹੁੰਦਾ ਵੀ ਜਿਹਦੀ ਹੋਂਦ ਕੋਈ ਨਹੀਂ, ਕੋਈ ਹੋਂਦ ਨਹੀਂ ਹੈਗੀ। ਤਾਂ ਫਕਟੀਸ਼ੀਅਸ ਐਸਟਸ ਬੇਸਿਕਲੀ ਉਹਨਾਂ ਦੀ ਕੋਈ ਇਸ ਵੇਲੇ ਰੀਅਲ ਵੈਲਿਊ ਨਹੀਂ ਹੁੰਦੀ, ਉਹਨਾਂ ਦੀ ਉਸ ਰੂਪ ਵਿੱਚ ਰੀਅਲ ਵੈਲਿਊ ਜਾਂ ਮਨੀ ਵੈਲਿਊ ਨਹੀਂ ਹੁੰਦੀ, ਪਰ ਅਕਾਊਂਟਿੰਗ ਦੇ ਟੈਕਨੀਕਲ ਰੀਜ਼ਨਸ ਕਰਕੇ ਉਹਨਾਂ ਨੂੰ ਬੈਲੈਂਸ ਸ਼ੀਟ ਵਿੱਚ ਦਿਖਾਇਆ ਜਾਂਦਾ। ਜਿਵੇਂ ਇੱਕ ਪ੍ਰੀਲਿਮਿਨਰੀ ਐਕਸਪੈਂਸਿਸ ਹੁੰਦੇ ਨੇ। ਪ੍ਰੀਲਿਮਿਨਰੀ ਐਕਸਪੈਂਸਿਸ ਕਿਹੜੇ ਨੇ? ਉਹ ਖਰਚੇ ਜਿਹੜੇ ਵਪਾਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕੀਤੇ ਗਏ। ਹੁਣ ਉਹਨਾਂ ਖਰਚਿਆਂ ਦੇ ਨਾਲ ਤੁਸੀਂ ਵਪਾਰ ਦੀ ਇਨਕਮ 'ਚ ਕੋਈ ਵਾਧਾ ਨਹੀਂ ਕਰ ਰਹੇ, ਪਰ ਉਹ ਖਰਚੇ ਕਿਉਂਕਿ ਤੁਸੀਂ ਵਪਾਰ ਸ਼ੁਰੂ ਕਰਨ ਤੋਂ ਪਹਿਲਾਂ ਕੀਤੇ ਨੇ, ਇਸ ਕਰਕੇ ਉਹਨਾਂ ਨੂੰ ਫਕਟੀਸ਼ੀਅਸ ਐਸਟ ਵਜੋਂ ਦਿਖਾਇਆ ਜਾਂਦਾ ਤੇ ਹੌਲੀ ਹੌਲੀ ਉਹਨਾਂ ਨੂੰ ਖਾਤਿਆਂ ਵਿੱਚੋਂ ਕੁਝ ਸਾਲਾਂ ਵਿੱਚ ਖਤਮ ਕਰ ਦਿੱਤਾ ਜਾਂਦਾ, ਰਾਈਟ ਆਫ ਕਰ ਦਿੱਤਾ ਜਾਂਦਾ। ਅੱਗੇ ਐਸਟ ਆ ਗਈਆਂ ਜੀ ਟੈਂਜੀਬਲ ਐਸਟ, ਇਨਟੈਂਜੀਬਲ ਐਸਟ। ਟੈਂਜੀਬਲ ਐਸਟ ਉਹ ਆ ਜਿਹਨੂੰ ਛੋਇਆ ਜਾ ਸਕਦਾ, ਦੇਖਿਆ ਜਾ ਸਕਦਾ। ਤੁਹਾਡੀਆਂ ਬਿਲਡਿੰਗ, ਤੁਹਾਡਾ ਫਰਨੀਚਰ, ਤੁਹਾਡਾ ਪਲਾਂਟ, ਤੁਹਾਡੀ ਮੋਟਰ ਕਾਰ, ਤੁਹਾਡੀ ਮਸ਼ੀਨਰੀ, ਉਹਨਾਂ ਨੂੰ ਕਹਿ ਦਿੰਦੇ ਅਸੀਂ ਟੈਂਜੀਬਲ ਐਸਟਸ ਵਿਚ ਕੈਨ ਬੀ ਸੀਨ ਐਂਡ ਟੱਚਡ, ਜਿਨ੍ਹਾਂ ਨੂੰ ਦੇਖਿਆ ਜਾ ਸਕੇ, ਛੋਇਆ ਜਾ ਸਕੇ। ਇਨਟੈਂਜੀਬਲ ਉਹ ਹੋ ਗਈਆਂ ਜਿਨ੍ਹਾਂ ਨੂੰ ਨਾ ਛੋਇਆ ਜਾ ਸਕਦਾ, ਨਾ ਦੇਖਿਆ ਜਾ ਸਕਦਾ, ਸਿਰਫ ਮਹਿਸੂਸ ਕੀਤਾ ਜਾ ਸਕਦਾ। ਬੜੇ ਹੈਰਾਨ ਹੋਣਗੇ ਕਿ ਇਹ ਕਿਹੜੀਆਂ ਐਸਟਸ ਹੋਈਆਂ? ਵਿਚ ਕੈਨ ਨੀਦਰ ਬੀ ਟੱਚਡ ਨੋਰ ਬੀ ਸੀਨ। ਹੈਗੀਆਂ ਨੇ ਗੁੱਡਵਿਲ। ਗੁੱਡਵਿਲ ਕੀ ਆ? ਜਿਹੜੀ ਵਪਾਰ ਦੀ ਰੈਪੂਟੇਸ਼ਨ ਹੈ, ਇਹ ਵੀ ਐਸਟ ਆ। ਚੰਗੇ ਵਪਾਰ ਦੀ ਰੈਪੂਟੇਸ਼ਨ ਨਾਲ ਹੀ ਵਪਾਰ ਤੁਰਿਆ ਜਾਂਦਾ। ਜਿਨ੍ਹਾਂ ਦੀ ਅੱਛੀ ਗੁੱਡਵਿਲ ਬਣੀ ਹੁੰਦੀ ਆ, ਉਹਨਾਂ ਦੇ ਕੋਲੇ ਗਾਹਕੀ, ਉਹਨਾਂ ਦੇ ਵਪਾਰ ਚੱਲਦੇ ਨੇ। ਤਾਂ ਗੁੱਡਵਿਲ ਇੱਕ ਇਹੋ ਜਿਹੀ ਐਸਟ ਆ ਜਿਹਨੂੰ ਨਾ ਦੇਖਿਆ ਜਾ ਸਕਦਾ, ਨਾ ਛੋਇਆ ਜਾ ਸਕਦਾ। ਇਹ ਤੁਹਾਡੀ ਕਿਹੜੀ ਬਣ ਗਈ? ਇਨਟੈਂਜੀਬਲ। ਅੱਗੇ ਆ ਗਿਆ ਲਿਕੁਇਡ ਐਸਟਸ। ਲਿਕੁਇਡ ਐਸਟਸ ਉਹ ਨੇ ਜਿਨ੍ਹਾਂ ਨੂੰ ਬਹੁਤ ਛੇਤੀ ਅਸੀਂ ਕੈਸ਼ 'ਚ ਬਦਲ ਸਕਦੇ ਹਾਂ। ਜਿਵੇਂ ਬੈਂਕ ਬੈਲੈਂਸ ਆ, ਬੈਂਕ ਨੂੰ ਜਦੋਂ ਮਰਜ਼ੀ ਤੁਸੀਂ ਕੈਸ਼ 'ਚ ਕਢਾ ਲਿਓ। ਕੋਈ ਤੁਹਾਡੇ ਬਿੱਲ ਪਏ ਨੇ, ਬਿੱਲ ਰਿਸੀਵੇਬਲ ਹੁੰਦੇ ਨੇ, ਤੁਸੀਂ ਉਹ ਬਿੱਲਾਂ ਨੂੰ ਜਦੋਂ ਮਰਜ਼ੀ ਕੈਸ਼ 'ਚ ਕਨਵਰਟ ਕਰਾ ਲਓ। ਬੈਂਕ ਬੈਲੈਂਸ ਆ, ਤੁਹਾਡੇ ਕੋਲ ਕੋਈ ਗੋਲਡ ਪਿਆ, ਗੋਲਡ ਨੂੰ ਜਦੋਂ ਮਰਜ਼ੀ ਵੇਚ ਕੇ ਤੁਸੀਂ ਕਨਵਰਟ ਕਰਾ ਲਓ। ਉਹਨਾਂ ਨੂੰ ਅਸੀਂ ਕਹਿ ਦਿੰਦੇ ਹਾਂ ਲਿਕੁਇਡ ਐਸਟਸ। ਅੱਗੇ ਆਉਂਦੇ ਨੇ ਵੇਸਟਿੰਗ ਐਸਟਸ। ਵੇਸਟਿੰਗ ਐਸਟਸ ਉਹ ਹੁੰਦੀਆਂ ਜਿਹੜੀਆਂ ਵਰਤਨ ਦੇ ਨਾਲ, ਇਹਨਾਂ ਨੂੰ ਐਗਜ਼ਾਸਟਿਵ ਐਸਟਸ ਵੀ ਕਹਿ ਸਕਦੇ ਹਾਂ, ਜਿਹੜੀਆਂ ਚੀਜ਼ਾਂ ਵਰਤਨ ਦੇ ਨਾਲ ਐਗਜ਼ਾਸਟ ਹੋ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਨੇ। ਕੋਲੇ ਦੀ ਖਾਨ ਆ, ਸੋਨੇ ਦੀ ਖਾਨ ਆ, ਜਿੰਨਾ ਕੱਢੀ ਜਾਓਗੇ। ਤੇਲ ਦੇ ਖੂਹ ਨੇ, ਤਾਂ ਅਲਟੀਮੇਟਲੀ ਉਹਨਾਂ ਨੇ ਮੁੱਕ ਜਾਣਾ ਹੈ, ਖਤਮ ਹੋ ਜਾਣਾ ਹੈ। ਇੱਦਾਂ ਹੀ ਤੁਹਾਡੇ ਪੇਟੈਂਟ, ਕਾਪੀਰਾਈਟ ਵੀ ਵੇਸਟਿੰਗ ਐਸਟ 'ਚ ਹੀ ਆਉਂਦੇ ਨੇ। ਇਹ ਵੀ ਜਿਹੜੇ ਆ ਸਮੇਂ ਨਾਲ ਫਿਨਿਸ਼ ਹੋ ਜਾਂਦੇ। ਤਾਂ ਵੇਸਟਿੰਗ ਜਾਂ ਐਗਜ਼ਾਸਟਿਵ ਅਸੀਂ ਇਹਨਾਂ ਨੂੰ ਕਾਮਨ ਡਿਨੋਮੀਨੇਟ ਜਿਹੜਾ ਹੈ ਕਰ ਸਕਦੇ ਹਾਂ। ਸੋ ਦਿਸ ਇਜ਼ ਆਲ ਅਬਾਊਟ ਐਸਟਸ। ਅੱਗੇ ਆ ਗਈ receipts. Amount received or receivable from selling of goods, assets or services is called as receipt. ਭਾਵ ਕਿ ਐਸਟ ਨੂੰ ਵੇਚ ਕੇ, ਵਸਤੂਆਂ ਨੂੰ ਵੇਚ ਕੇ, ਸੇਵਾਵਾਂ ਨੂੰ ਵੇਚ ਕੇ ਜੋ ਵੀ ਅਮਾਊਂਟ ਪ੍ਰਾਪਤ ਹੁੰਦਾ ਉਹ ਸਾਰਾ ਕੁਝ ਰਸੀਟਸ 'ਚ ਆਏਗਾ। ਰਸੀਟਸ ਦੋ ਕਿਸਮ ਦੀਆਂ ਹੋ ਸਕਦੀਆਂ ਨੇ, ਕੈਪੀਟਲ ਰਸੀਟਸ, ਰੈਵਨਿਊ ਰਸੀਟਸ। ਕੈਪੀਟਲ ਰਸੀਟਸ ਕਿਵੇਂ ਹੋਣਗੀਆਂ? ਫਿਕਸਡ ਐਸਟ ਨੂੰ ਵੇਚ ਕੇ ਹੋ ਸਕਦੀਆਂ ਨੇ, ਜਾਂ ਕੰਪਨੀ ਫਾਰਮ ਦੇ ਵਿੱਚ ਜਦੋਂ ਅਸੀਂ ਕੋਈ ਸ਼ੇਅਰ ਜਾਂ ਡਿਵੈਂਚਰ ਜਿਹੜੇ ਲੋਕਾਂ ਨੂੰ ਵੇਚਦੇ ਆ ਤਾਂ ਜਿਹੜਾ ਉਹ ਪੈਸਾ ਆਉਂਦਾ, ਦੈਟ ਇਜ਼ ਨੋਨ ਐਜ਼ ਕੈਪੀਟਲ ਰਸੀਟ। ਰੈਵਨਿਊ ਰਸੀਟਸ ਕਿਹੜੀਆਂ ਨੇ? ਜਿਹੜਾ ਰੋਜ਼ਮਰਾ ਦਾ ਵਪਾਰ ਦੇ ਆਪਰੇਸ਼ਨਸ ਨੇ ਉਹਨਾਂ ਤੋਂ ਜਿਹੜਾ ਸਾਨੂੰ ਪੈਸਾ ਪ੍ਰਾਪਤ ਹੋਏਗਾ ਉਹ ਸਾਡੀਆਂ ਰੈਵਨਿਊ ਰਸੀਟ ਬਣ ਜਾਣਗੀਆਂ। ਤੁਸੀਂ ਜਿਹੜੀਆਂ ਗੁੱਡਸ ਵੇਚ ਰਹੇ ਹੋ, ਤੁਸੀਂ ਕੋਈ ਇੰਟਰਸਟ ਲੈ ਰਹੇ ਹੋ, ਕੋਈ ਰੈਂਟ ਮਿਲ ਰਿਹਾ, ਕੋਈ ਡਿਵੀਡੈਂਡ ਮਿਲ ਰਿਹਾ, ਕੋਈ ਕਮਿਸ਼ਨ ਮਿਲ ਰਿਹਾ, ਭਾਵ ਕਿ
ਰੋਜ਼ਮਰਾ ਦਾ ਵਪਾਰ ਚਲਾਉਂਦੇ ਹੋਏ ਜੋ ਤੁਹਾਨੂੰ ਰਸੀਟਸ ਪ੍ਰਾਪਤ ਹੋਣਗੀਆਂ ਉਹ ਤੁਹਾਡੀਆਂ ਰੈਵਨਿਊ ਰਸੀਟਸ ਬਣ ਜਾਣਗੀਆਂ। ਸੋ ਰਸੀਟਸ ਕੀ ਹੋਈਆਂ ਕਿ ਵਪਾਰ ਨੂੰ ਕੋਈ ਵੀ ਅਮਾਉਂਟ, ਚਾਹੇ ਐਸੈਟ ਨੂੰ ਵੇਚ ਕੇ, ਚਾਹੇ ਗੁੱਡਸ ਨੂੰ ਵੇਚ ਕੇ, ਚਾਹੇ ਸਰਵਿਸਿਜ਼ ਨੂੰ ਵੇਚ ਕੇ, ਜਾਂ ਕਿਸੇ ਹੋਰ ਫਾਰਮ 'ਚ ਪ੍ਰਾਪਤ ਹੁੰਦਾ, ਉਹਨਾਂ ਨੂੰ ਅਸੀਂ ਰਸੀਟਸ ਆਖਦੇ ਹਾਂ। ਅੱਗੇ ਹੈ ਐਕਸਪੈਂਡੀਚਰ। ਐਕਸਪੈਂਡੀਚਰ ਦਾ ਆਪੋਜਿਟ ਹੋ ਗਿਆ। ਵਪਾਰ ਦੁਆਰਾ ਜੋ ਵੀ ਖਰਚ ਕੀਤਾ ਜਾਂਦਾ, ਜਾਂ ਕੋਈ ਪ੍ਰਾਪਰਟੀ ਦੀ ਟ੍ਰਾਂਸਫਰ ਕੀਤੀ ਜਾਂਦੀ ਆ, ਜਾਂ ਕੋਈ ਹੋਰ ਲਾਇਬਿਲਿਟੀ ਇਨਕਰ ਕੀਤੀ ਜਾਂਦੀ ਹੈ, ਭਾਵ ਵਪਾਰ ਦੁਆਰਾ ਜੋ ਵੀ ਡਿਸਬਰਸਮੈਂਟ ਕੀਤੀਆਂ ਜਾਂਦੀਆਂ ਨੇ, ਦੈਟ ਇਜ਼ ਆਲ ਐਕਸਪੈਂਡੀਚਰ। ਮਤਲਬ ਐਕਸਪੈਂਡੀਚਰ ਹਮੇਸ਼ਾ ਕਿਸੇ ਨਾ ਕਿਸੇ ਬੈਨੀਫਿਟ ਲਈ ਕੀਤਾ ਜਾਏਗਾ। ਵੈਨ ਯੂ ਆਰ ਟੂ ਰਿਸੀਵ ਸਮ ਬੈਨੀਫਿਟ, ਜਦ ਤੁਸੀਂ ਕੋਈ ਬੈਨੀਫਿਟ ਲੈਣਾ ਉਹਦੇ ਬਦਲੇ 'ਚ ਤੁਸੀਂ ਕੁਝ ਐਕਸਪੈਂਡੀਚਰ ਕਰੋਗੇ। ਬਿਨਾਂ ਐਕਸਪੈਂਡੀਚਰ ਕੀਤੇ ਬੈਨੀਫਿਟ ਨਹੀਂ ਮਿਲਦਾ। ਐਕਸਪੈਂਡੀਚਰ ਵੀ ਦੋ ਕਿਸਮ ਦਾ ਹੁੰਦਾ, ਕੈਪੀਟਲ ਐਕਸਪੈਂਡੀਚਰ ਤੇ ਰੈਵਨਿਊ ਐਕਸਪੈਂਡੀਚਰ। ਕੈਪੀਟਲ ਐਕਸਪੈਂਡੀਚਰ ਹੋ ਗਿਆ ਫਿਕਸਡ ਐਸੈਟ ਨੂੰ ਖਰੀਦਣ ਤੇ ਕੀਤਾ ਗਿਆ ਖਰਚਾ, ਤੇ ਰੈਵਨਿਊ ਐਕਸਪੈਂਡੀਚਰ ਹੋ ਗਿਆ ਜਿਹੜਾ ਤੁਹਾਡਾ ਕਰੰਟ ਐਸੈਟ ਤੇ ਆ, ਰੋਜ਼ਮਰਾ ਦੀਆਂ ਤੇ ਜਿਹੜਾ ਤੁਸੀਂ ਖਰਚਾ ਕਰੋਗੇ ਉਹ ਸਾਰਾ ਕੀ ਆ, ਤੁਹਾਡਾ ਰੈਵਨਿਊ ਐਕਸਪੈਂਡੀਚਰ ਹੋ ਗਿਆ। ਜਾਂ ਤੁਸੀਂ ਮੇਨਟੇਨ ਕਰਨ ਲਈ ਬਿਜ਼ਨਸ ਨੂੰ ਡੇ ਟੂ ਡੇ ਜਿਹੜੀ ਉਹਦੀ ਰਨਿੰਗ ਆ, ਤੁਸੀਂ ਮਸ਼ੀਨਰੀ ਦੀ ਕੋਈ ਸਰਵਿਸ ਕਰਾਉਣੀ ਆ, ਤੁਸੀਂ ਕੋਈ ਹੋਰ ਇਹੋ ਜਿਹੇ ਕੰਮ ਕਰਾਉਣੇ ਨੇ, ਉਹ ਸਾਰਾ ਕਾਹਦੇ 'ਚ ਆ ਜਾਏਗਾ ਤੁਹਾਡਾ, ਉਹ ਰੈਵਨਿਊ ਐਕਸਪੈਂਡੀਚਰ ਹੋ ਜਾਵੇਗਾ। ਸੋ ਐਕਸਪੈਂਡੀਚਰ ਬੁਨਿਆਦੀ ਤੌਰ ਤੇ ਜੋ ਵੀ ਵਪਾਰ ਦੁਆਰਾ ਖਰਚਾ ਕੀਤਾ ਜਾਂਦਾ ਹੈ ਉਹ ਸਾਰਾ ਕੁਝ ਐਕਸਪੈਂਡੀਚਰ ਦੇ ਵਿੱਚ ਆ ਜਾਂਦਾ ਹੈ। ਅੱਗੇ ਹੈ ਐਕਸਪੈਂਸ। ਐਕਸਪੈਂਸ ਤੋਂ ਕੀ ਭਾਵ ਆ, ਕੋਈ ਵੀ ਅਮਾਊਂਟ ਜਿਹੜਾ ਤੁਸੀਂ ਖਰਚ ਕਰਦੇ ਹੋ ਔਨ ਦਾ ਕਾਸਟ ਆਫ ਗੁੱਡਸ ਐਂਡ ਸਰਵਿਸਿਜ਼, ਜਿਹੜਾ ਕਿ ਤੁਸੀਂ ਆਪਣਾ ਰੈਵਨਿਊ ਜਨਰੇਟ ਕਰਨ ਲਈ ਵਰਤ ਰਹੇ ਹੋ। ਮਤਲਬ ਤੁਸੀਂ ਕੋਈ ਵੀ ਵਸਤੂਆਂ ਖਰੀਦੀਆਂ ਨੇ ਅਕਾਊਂਟਿੰਗ ਪੀਰੀਅਡ ਦੇ ਵਿੱਚ ਵੇਚਣ ਲਈ, ਉਹ ਤੁਹਾਡਾ ਸਾਰਾ ਐਕਸਪੈਂਸ ਹੋਏਗਾ। ਮਤਲਬ ਰੈਵਨਿਊ ਜਨਰੇਟ ਕਰਨ ਲਈ ਜਿੰਨਾ ਵੀ ਤੁਹਾਡੀ ਹੋਏਗੀ ਉਹ ਸਾਰਾ ਤੁਹਾਡਾ ਐਕਸਪੈਂਸ ਮੰਨਿਆ ਜਾਏਗਾ। ਨਾਰਮਲੀ ਐਕਸਪੈਂਸ ਨੂੰ ਅਸੀਂ ਇੱਕ ਅਕਾਊਂਟਿੰਗ ਪੀਰੀਅਡ ਤੋਂ ਘੱਟ ਲਈ ਮੰਨਦੇ। ਇੱਕ ਅਕਾਊਂਟਿੰਗ ਪੀਰੀਅਡ ਦੇ ਵਿੱਚ ਜਿਹੜਾ ਇੱਕ ਸਾਲ 'ਚ ਹੁੰਦਾ, ਸੈਲਰੀ ਦਿੱਤੀ, ਕੋਈ ਵੇਜਸ ਦਿੱਤੇ, ਕੋਈ ਕੈਰੇਜ ਦਿੱਤਾ, ਕੋਈ ਫਰੇਟ ਦਿੱਤਾ, ਕੋਈ ਰੈਂਟ ਦਿੱਤਾ, ਕੋਈ ਕਮਿਸ਼ਨ ਦਿੱਤਾ, ਇਹ ਸਾਰੇ ਕੀ ਨੇ, ਤੁਹਾਡੇ ਐਕਸਪੈਂਸਿਸ ਬਣ ਜਾਂਦੇ ਨੇ। ਭਾਵ ਕੀ ਆ, ਇਹ ਉਹ ਹੈ ਜੋ ਵਪਾਰ ਦੀ ਰੋਜ਼ਮਰਾ ਦੀ ਗਤੀਵਿਧੀਆਂ ਨੂੰ ਚਲਾਉਣ ਲਈ ਕੀਤਾ ਜਾਂਦਾ, ਉਹਨੂੰ ਅਸੀਂ ਐਕਸਪੈਂਸ ਆਖ ਦਿੰਦੇ ਹਾਂ। ਐਕਸਪੈਂਸਿਸ ਕਈ ਵਾਰੀ ਯਾਦ ਰੱਖਿਓ, ਪ੍ਰੀਪੇਡ ਐਕਸਪੈਂਸਿਸ ਵੀ ਹੋ ਸਕਦੇ ਨੇ, ਆਊਟਸਟੈਂਡਿੰਗ ਐਕਸਪੈਂਸਿਸ ਵੀ ਹੋ ਸਕਦੇ ਨੇ। ਪ੍ਰੀਪੇਡ ਐਕਸਪੈਂਸਿਸ ਉਹ ਨੇ ਜਿਹੜੇ ਐਡਵਾਂਸ ਪੇ ਕਰ ਦਿੱਤੇ ਜਾਣ। ਜਿਵੇਂ ਅਸੀਂ 5 ਮਹੀਨਿਆਂ ਦਾ ਰੈਂਟ ਐਡਵਾਂਸ ਦੇ ਦਈਏ, ਅਸੀਂ ਕਹਾਂਗੇ ਰੈਂਟ ਪ੍ਰੀਪੇਡ ਆ ਜੀ, ਅਸੀਂ ਤਾਂ 5 ਮਹੀਨੇ ਦਿੱਤਾ ਹੋਇਆ। ਆਊਟਸਟੈਂਡਿੰਗ ਐਕਸਪੈਂਸਿਸ ਕਿਹੜੇ ਨੇ, ਜਿਹੜੇ ਅਜੇ ਦੇਣੇ ਰਹਿੰਦੇ ਹੋਣ, ਅਜੇ ਤੁਸੀਂ ਨਾ ਦਿੱਤੇ ਹੋਣ, ਦੇ ਆਰ ਨੋਨ ਐਜ਼ ਆਊਟਸਟੈਂਡਿੰਗ ਐਕਸਪੈਂਸਿਸ। ਅੱਗੇ ਹੈ ਇਨਕਮ। ਇਨਕਮ ਕੀ ਆ, ਤੁਹਾਡੀ ਗ੍ਰੋਸ ਅਰਨਿੰਗਸ ਹੈਗੀ ਆ। ਜਿੰਨੀ ਬਿਜ਼ਨਸ ਦੀ ਗ੍ਰੋਸ ਅਰਨਿੰਗ ਹੈ ਦੈਟ ਇਜ਼ ਨੋਨ ਐਜ਼ ਇਨਕਮ। ਦ ਗ੍ਰੋਸ ਅਰਨਿੰਗਸ ਫਰੋਮ ਦਾ ਯੂਜ਼ ਆਫ ਪ੍ਰੋਪਰਟੀ। ਔਰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇਨਕਮ ਇਜ਼ ਐਨ ਇਨਕਰੀਜ਼ ਇਨ ਦ ਇਕਨੋਮਿਕ ਬੈਨੀਫਿਟਸ ਡਿਊਰਿੰਗ ਐਨ ਅਕਾਊਂਟਿੰਗ ਪੀਰੀਅਡ। ਉਹ ਬੈਨੀਫਿਟ ਕਿਵੇਂ ਹੋਏਗਾ, ਤੁਹਾਡੀਆਂ ਐਸੈਟਸ 'ਚ ਵੀ ਵਾਧਾ ਕਰ ਸਕਦਾ, ਤੁਹਾਡੇ ਓਨਰਸ਼ਿਪ ਫੰਡਸ ਦੇ ਵਿੱਚ ਵੀ ਵਾਧਾ ਕਰ ਸਕਦਾ। ਸੋ ਜਿਹੜੀ ਗ੍ਰੋਸ ਇਨਕਰੀਜ਼ ਹੈਗੀ ਆ ਟੋਟਲ, ਉਸ ਨੂੰ ਅਸੀਂ ਇਨਕਮ ਆਖ ਦਿੰਦੇ ਹਾਂ। ਆਮ ਤੌਰ ਤੇ ਇਨਕਮ ਤੇ ਪ੍ਰੋਫਿਟ ਨੂੰ ਕਨਫਿਊਜ਼ ਕੀਤਾ ਜਾਂਦਾ, ਉਹ ਆਪਾਂ ਅਗਲੇ ਲੈਕਚਰ ਦੇ ਵਿੱਚ ਪ੍ਰੋਫਿਟ ਬਾਰੇ ਜਦੋਂ ਡਿਸਕਸ ਕਰਾਂਗੇ ਉਦੋਂ ਧਿਆਨ ਹਿੱਤ ਰੱਖਾਂਗੇ। ਤੋਂ ਪ੍ਰੋਫਿਟ ਨਾਲ ਕਨਫਿਊਜ਼ ਨਹੀਂ ਕਰਨਾ। ਇਨਕਮ ਮੀਨਸ ਯੋਰ ਗ੍ਰੋਸ ਅਰਨਿੰਗਸ, ਜਿਹੜੀਆਂ ਤੁਹਾਡੀ ਬਿਜ਼ਨਸ ਦੀ ਜਿਹੜੀ ਵਰਥ ਹੈ ਉਹਦੇ ਵਿੱਚ ਵਾਧਾ ਕਰਦੀਆਂ ਨੇ। ਸੋ ਅੱਜ ਦੇ ਲੈਕਚਰ ਲਈ ਇੰਨਾ ਹੀ ਕਾਫੀ, ਔਰ ਅਗਲੇ ਲੈਕਚਰ ਦੇ ਵਿੱਚ ਅਸੀਂ ਇਹ ਸਾਰੀਆਂ ਟਰਮਸ ਨੂੰ ਸਮਾਪਤ ਕਰ ਲਵਾਂਗੇ। ਮਿਹਨਤ ਕਰੋ, ਡਟੇ ਰਹੋ, ਰੱਜ ਕੇ ਪੜ੍ਹੋ, ਦੇਖਿਓ ਇਹ ਅਕਾਊਂਟਿੰਗ ਤੁਹਾਨੂੰ ਬਿਲਕੁਲ ਵੀ ਔਖੀ ਨਹੀਂ ਲੱਗੇਗੀ। ਤੇ ਹਾਂ, ਅੱਗੇ ਹੋਰ ਵੀਡੀਓਜ਼ ਦੇਖਣ ਲਈ ਅਕਾਊਂਟਿੰਗ ਨਾਲ ਸੰਬੰਧਿਤ ਔਰ ਮੋਟੀਵੇਸ਼ਨ ਨਾਲ ਸੰਬੰਧਿਤ, ਜ਼ਿੰਦਗੀ ਦੇ ਵੱਖ-ਵੱਖ ਸ਼ੋਬੇ ਨਾਲ ਸੰਬੰਧਿਤ ਸਬਸਕ੍ਰਾਈਬ ਕਰੋ, ਸ਼ੇਅਰ ਕਰੋ ਔਰ ਨੋਟੀਫਿਕੇਸ਼ਨ ਬੈਲ ਦਬਾਉਣੀ ਨਾ ਭੁੱਲੋ, ਤਾਂ ਜੋ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਵੇ ਕਿ ਹੁਣ ਨਵੀਂ ਵੀਡੀਓ ਆ ਗਈ ਹੈ। ਸਾਡਾ ਇਹ ਨਿਸ਼ਾਨਾ ਹੈ, ਮੰਤਵ ਹੈ ਕਿ ਅਸੀਂ ਆਪਣੇ ਨੌਜਵਾਨਾਂ ਨੂੰ ਚੰਗੀਆਂ ਗੱਲਾਂ ਦੀਆਂ ਵੀਡੀਓਜ਼ ਭੇਜੀਏ, ਚੰਗੇ ਗਿਆਨ ਦੀਆਂ ਵੀਡੀਓਜ਼ ਭੇਜੀਏ, ਜਿਹਦੇ ਨਾਲ ਸਾਡੇ ਸਮਾਜ ਦਾ ਅੱਛਾ ਵਿਕਾਸ ਹੋ ਸਕੇ। ਸਟੇ ਬਲੈਸਡ, ਸਟੇ ਹੈਪੀ, ਗॉड ਬਲੈਸ ਯੂ ਆਲ।